ਪਿਆਰੇ ਦਰਸ਼ਕੋ, ਤੁਹਾਨੂੰ ਸਾਰਿਆਂ ਨੂੰ ਸਾਡੀ ਪਿਆਰ ਭਰੀ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੰਗੇ ਭਲੇ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਪਿਛਲੇ ਕਈ ਦਿਨਾਂ ਤੋਂ ਅਸੀਂ ਦਾਨੀਏਲ ਨਬੀ ਦੀ ਪੁਸਤਕ ਦਾ ਅਧਿਐਨ ਕਰਦੇ ਆ ਰਹੇ ਹਾਂ। ਪਹਿਲਾਂ ਅਸੀਂ ਬਾਬੁਲ ਦੇ ਰਾਜਿਆਂ ਦੇ ਸੁਪਨਿਆਂ ਬਾਰੇ ਜਾਣਿਆ। ਉਸ ਤੋਂ ਬਾਅਦ ਅਸੀਂ ਦਾਨੀਏਲ ਦੇ ਸੁਪਨਿਆਂ ਬਾਰੇ ਜਾਣਕਾਰੀ ਹਾਸਿਲ ਕੀਤੀ। ਫਿਰ ਅਸੀਂ ਦਾਨੀਏਲ ਦੀ ਪ੍ਰਾਰਥਨਾ ਦੇ ਬਾਰੇ ਚਰਚਾ ਕੀਤੀ। ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਅਸੀਂ ਦਾਨੀਏਲ ਦੀ ਭਵਿੱਖਬਾਣੀ ਦੇ ਬਾਰੇ ਚਰਚਾ ਕਰ ਰਹੇ ਸੀ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਉਹਦੀ ਭਵਿੱਖਬਾਣੀ ਦੀ ਸਥਿਰਤਾ ਦੇ ਬਾਰੇ ਗੌਰ ਕਰ ਰਹੇ ਸੀ। ਉਸ ਤੋਂ ਬਾਅਦ ਅਸੀਂ ਦਾਨੀਏਲ ਦੀ ਭਵਿੱਖਬਾਣੀ ਦੇ ਬਾਰੇ ਸਮਝ ਦੇ ਉੱਤੇ ਵੀ ਗੌਰ ਕੀਤਾ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਬਾਰੇ ਆਪਣੀ ਗੱਲਬਾਤ ਨੂੰ ਅੱਗੇ ਵਧਾਵਾਂਗੇ। ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਭਵਿੱਖਬਾਣੀ ਦੇ ਪ੍ਰਤੀ ਉਸ ਦੀ ਸਮਝ ਨੂੰ ਹੋਰ ਡੂੰਘਾਈ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਦੋਸਤੋ, ਆਓ ਫਿਰ ਬਿਨਾਂ ਸਮਾਂ ਗਵਾਏ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ ਅਤੇ ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ। ਰੱਬ ਨੇ ਬਣਾਇਆ ਤੈਨੂੰ ਮਿੱਟੀ ਦੇ ਖਿਡੌਣਿਆਂ, ਕਰਦਾ ਏ ਮਾਣ ਕਾਦਾ ਘੜੀ ਦੇ ਪਰੌਣਿਆਂ। ਰੱਬ ਨੇ ਬਣਾਇਆ ਤੈਨੂੰ ਮਿੱਟੀ ਦੇ ਖਿਡੌਣਿਆਂ, ਕਰਦਾ ਏ ਮਾਣ ਕਾਦਾ ਘੜੀ ਦੇ ਪਰੌਣਿਆਂ। ਇਹ ਨੀ ਤੇਰਾ ਦੇਸ ਤੈਨੂੰ ਚੰਗਾ ਭਲਾ ਲੱਭਦਾ, ਇਹ ਨੀ ਤੇਰਾ ਦੇਸ ਤੈਨੂੰ ਚੰਗਾ ਭਲਾ ਲੱਭਦਾ। ਜਿਹੜੇ ਕੰਮ ਆਇਆ ਉਸੇ ਕੰਮ ਕਿਉਂ ਨੀ ਲੱਗਦਾ, ਜਿਹੜੇ ਕੰਮ ਆਇਆ ਉਸੇ ਕੰਮ ਕਿਉਂ ਨੀ ਲੱਗਦਾ। ਪਾਪਾਂ ਤੋਂ ਆਜ਼ਾਦ ਹੋ ਕੇ ਬੰਦਾ ਬਣੇ ਰੱਬ ਦਾ, ਪਾਪਾਂ ਤੋਂ ਆਜ਼ਾਦ ਹੋ ਕੇ ਬੰਦਾ ਬਣੇ ਰੱਬ ਦਾ। ਜਿਹੜੇ ਕੰਮ ਆਇਆ ਉਸੇ ਕੰਮ ਕਿਉਂ ਨੀ ਲੱਗਦਾ, ਜਿਹੜੇ ਕੰਮ ਆਇਆ ਉਸੇ ਕੰਮ ਕਿਉਂ ਨੀ ਲੱਗਦਾ। ਅਦਨ ਦੇ ਵਿੱਚ ਜਿਹੜਾ ਤੇਰੇ ਨਾਲ ਬੋਲਿਆ, ਪੜ ਕੇ ਮਸੀਹਾ ਉਹਨੇ ਭੇਦ ਸਾਰਾ ਖੋਲਿਆ। ਅਦਨ ਦੇ ਵਿੱਚ ਜਿਹੜਾ ਤੇਰੇ ਨਾਲ ਬੋਲਿਆ, ਪੜ ਕੇ ਮਸੀਹਾ ਉਹਨੇ ਭੇਦ ਸਾਰਾ ਖੋਲਿਆ। ਸੁਣ ਕੇ ਆਵਾਜ਼ ਉਹਦੇ ਵੱਲ ਕਿਉਂ ਨਹੀਂ ਭੱਜਦਾ, ਸੁਣ ਕੇ ਆਵਾਜ਼ ਉਹਦੇ ਵੱਲ ਕਿਉਂ ਨਹੀਂ ਭੱਜਦਾ। ਜਿਹੜੇ ਕੰਮ ਆਇਆ ਉਸੇ ਕੰਮ ਕਿਉਂ ਨਹੀਂ ਲੱਗਦਾ, ਜਿਹੜੇ ਕੰਮ ਆਇਆ ਉਸੇ ਕੰਮ ਕਿਉਂ ਨਹੀਂ ਲੱਗਦਾ। ਹਾਂ,
ਜੇ ਤੁਸੀਂ ਸੋਚਦੇ ਹੋ ਕਿ ਇਹ ਹਫ਼ਤੇ ਦੇ ਦਿਨਾਂ ਦੇ ਬਾਰੇ ਹੈ ਤਾਂ ਤੁਸੀਂ ਬਹੁਤ ਉਲਝਣ ਵਿੱਚ ਪੈ ਜਾਵੋਗੇ ਅਤੇ ਕੁਝ ਨਹੀਂ ਸਮਝ ਪਾਓਗੇ। ਮੈਂ ਤੁਹਾਨੂੰ ਵਿਖਾਉਣਾ ਚਾਹੁੰਦਾ ਹਾਂ ਕਿ ਤੁਸੀਂ ਪੁਰਾਣੇ ਨੇਮ ਵਿੱਚ ਹਫ਼ਤੇ ਨੂੰ ਕਿਸ ਤਰ੍ਹਾਂ ਸਮਝਣਾ ਹੈ। ਸਭ ਤੋਂ ਪਹਿਲਾਂ ਇਹ ਸ਼ਬਦ ਖੁਦ ਹੀ ਪੁਰਾਣੇ ਨੇਮ ਦਾ ਸ਼ਬਦ ਸ਼ੁਬੋਇਆ ਹੈ। ਇਸ ਦਾ ਅਰਥ ਹੈ 7। ਬਸ ਇਹ ਹੀ ਇਸ ਦਾ ਅਰਥ ਹੈ। ਜਦ ਅਸੀਂ ਦਾਨੀਏਲ 9 ਅਧਿਆਇ 24 ਵਿੱਚ ਪੜ੍ਹਦੇ ਹਾਂ, 70 ਸਾਤੇ ਠਹਿਰਾਏ ਗਏ। ਸ਼ਬਦਾਵਲੀ ਵਿੱਚ ਇਸ ਦਾ ਅਰਥ ਹੈ 70 ਸਾਤੇ ਠਹਿਰਾਏ ਗਏ ਹਨ। ਇਹ ਤਾਂ ਸਾਡੇ ਇਸ ਸ਼ਬਦ ਦੀ ਤਰ੍ਹਾਂ ਹੈ ਦਰਜਨ। ਜੇ ਅਸੀਂ ਆਖੀਏ 70 ਦਰਜਨ, ਜੇ ਅਸੀਂ ਆਖੀਏ 70 ਦਰਜਨ ਠਹਿਰਾਏ ਗਏ ਹਨ, ਤਾਂ ਅਸੀਂ ਨਹੀਂ ਜਾਣ ਸਕਦੇ ਕਿ ਦਰਜਨ ਕੀ ਹੈ। ਸ਼ਬਦ 7 ਇਬਰਾਨੀ ਭਾਖਿਆ ਵਿੱਚ ਸ਼ਬੋਆ ਕਹਾਉਂਦਾ ਹੈ। ਇਸ ਦਾ ਅਰਥ 70 ਸਾਤੇ। ਤੇਰੇ ਲੋਕਾਂ ਉੱਤੇ ਅਤੇ ਪਵਿੱਤਰ ਸ਼ਹਿਰ ਤੇ 70 ਸਾਤੇ ਠਹਿਰਾਏ ਗਏ ਹਨ। ਅਸੀਂ ਜਾਣਦੇ ਹਾਂ ਇਹ 70 ਸਾਤੇ ਦੇ ਦਿਨ ਨਹੀਂ ਹੋ ਸਕਦੇ, ਇਹ 70 ਸਾਤੇ ਦੇ ਸਾਲ ਹਨ। ਮੈਂ ਤੁਹਾਨੂੰ ਵਿਖਾਉਂਦਾ ਹਾਂ ਕਿ ਮੇਰੇ ਕਹਿਣ ਦਾ ਕੀ ਮਤਲਬ ਹੈ। ਤੁਸੀਂ ਆਪਣੀ ਬਾਈਬਲ ਵਿੱਚ ਲੇਵੀਆ ਦੀ ਕਿਤਾਬ ਖੋਲੋ। ਹੁਣ ਮੈਂ ਚਾਹੁੰਦਾ ਹਾਂ ਤੁਸੀਂ 25ਵੇਂ ਅਧਿਆਏ ਦੀ ਮੇਰੇ ਨਾਲ ਤੀਸਰੀ ਐਤ ਅਤੇ ਚੌਥੀ ਐਤ ਨੂੰ ਪੜ੍ਹੋ। ਅਸੀਂ ਇੱਥੇ ਵੇਖਣ ਜਾ ਰਹੇ ਹਾਂ ਕਿ ਨੰਬਰ 7 ਸਾਲਾਂ ਨਾਲ ਜੁੜਿਆ ਹੈ, ਨਾ ਕਿ ਦਿਨਾਂ ਨਾਲ। 6 ਬਰੇ ਤਾਂ ਆਪਣੀ ਪਹਿਲੀ ਬੀਜਣ ਅਤੇ 6ਵੇਂ ਬਰੇ ਤੂੰ ਆਪਣੀਆਂ ਦਾਖਾਂ ਦੀ ਬਾਗਬਾਨੀ ਕਰੀ ਅਤੇ ਉਸ ਦੇ ਫਲਾਂ ਨੂੰ ਸਾਂਭੀ। ਪਰ 7ਵੇਂ ਬਰੇ ਵਿੱਚ ਧਰਤੀ ਦੇ ਵਿਸ਼ਰਾਮ ਦਾ ਸਬਤ ਹੋਵੇਗਾ। ਯਹੋਵਾ ਦੇ ਅੱਗੇ ਇੱਕ ਸਬਤ ਨੂੰ ਤੂੰ ਆਪਣੀ ਪੈਲੀ ਬੀਜੀ, ਨਾ ਆਪਣੇ ਦਾਖਾਂ ਦੀ ਬਾਗਬਾਨੀ ਕਰੀ। ਦੂਜੇ ਸ਼ਬਦਾਂ ਵਿੱਚ ਇੱਥੇ 7 ਸਾਲਾਂ ਨਾਲ ਜੁੜਿਆ ਹੈ। ਸਬਤ ਦਾ ਸਾਲ ਅਸੀਂ ਸਬਤ ਦੇ ਦਿਨ ਦੇ ਬਾਰੇ ਜਾਣਦੇ ਹਾਂ, ਪਰ ਲੇਵੀਆ ਦੀ ਪੁਸਤਕ ਸਾਨੂੰ ਸਬਤ ਦੇ ਸਾਲ ਦੇ ਬਾਰੇ ਦੱਸਦੀ ਹੈ। ਹੁਣ ਤੁਸੀਂ ਆਪਣੀ ਬਾਈਬਲ ਐਤ 8-9 ਵੱਲ ਧਿਆਨ ਕਰੋ। ਅਤੇ ਤੈਂ ਵੈਰੀਆਂ ਦੇ 7 ਸਬਤ ਗਿਣਨੇ, ਅਰਥਾਤ 7 ਹੀ 7 ਬਰੇ ਅਤੇ ਇਹਨਾਂ 7 ਸਬਤਾਂ ਦੇ ਬਰਿਆਂ ਦੇ ਵੇਲੇ, ਸੋ ਤੇਰੇ ਲਈ 49 ਬਰੇ ਹੋਣ। ਤਾਂ ਤੂੰ ਆਨੰਦ ਦੀ ਤੁਰੀ 7ਵੇਂ ਮਹੀਨੇ ਦੀ 15ਵੀਂ ਮਿਤੀ ਨੂੰ ਸੁਣਾਈ, ਅਰਥਾਤ ਪ੍ਰਾਸ਼ਚਿਤ ਦੇ ਦਿਨ ਨੂੰ ਆਪਣੇ ਸਾਰੇ ਦੇਸ਼ ਵਿੱਚ ਤੁਸਾਂ ਤੁਰੀ ਸੁਣਾਣੀ। ਇਸ ਲਈ ਅਸੀਂ ਸਾਤੇ ਦੇ ਦਿਨਾਂ ਦੇ ਬਾਰੇ ਨਹੀਂ, ਬਲਕਿ ਸਾਤੇ ਦੇ ਸਾਲਾਂ ਦੇ ਬਾਰੇ ਗੱਲਬਾਤ ਕਰ ਰਹੇ ਹਾਂ। ਇਸ ਤਰ੍ਹਾਂ ਪੁਰਾਣੇ ਨੇਮ ਸ਼ਬਦ ਸਾਤੇ ਸ਼ੁਬਾ ਹਮੇਸ਼ਾ 7 ਦਿਨਾਂ ਲਈ ਨਹੀਂ, ਬਲਕਿ 7 ਸਾਲਾਂ ਨੂੰ ਦਰਸਾਉਂਦਾ ਸੀ। ਉਹਨਾਂ ਦੀ ਸੰਸਕ੍ਰਿਤੀ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਸੀ। ਨੰਬਰ 2, ਦਾਨੀਏਲ ਦੀ ਸੋਚ। ਜਦ ਅਸੀਂ ਦਾਨੀਏਲ ਦੇ 9ਵੇਂ ਅਧਿਆਇ ਨੂੰ ਪੜ੍ਹਦੇ ਹਾਂ ਤਾਂ ਵੇਖਦੇ ਹਾਂ ਕਿ ਦਾਨੀਏਲ ਸਮਝਦਾ ਸੀ ਕਿ 7 ਦਿਨਾਂ ਨੂੰ ਨਹੀਂ, ਬਲਕਿ ਸਾਲਾਂ ਨੂੰ ਦਰਸਾਉਂਦਾ ਹੈ। ਜਦ ਉਸਨੇ ਜ਼ਰਮੀਆ ਦੀ ਕਿਤਾਬ ਪੜ੍ਹੀ ਕਿ ਉਸਦੇ ਲੋਕਾਂ ਲਈ 70 ਸਾਤੇ ਠਹਿਰਾਏ ਗਏ ਹਨ, ਤਾਂ ਉਹ ਸਮਝ ਗਿਆ ਕਿ ਇਹ 70 ਸਾਲ ਹਨ ਜੋ ਪੂਰੇ ਹੋ ਚੁੱਕੇ ਹਨ। ਹੁਣ ਬੰਦਵਾਈ ਵਿੱਚ ਕਿਉਂ ਸਨ? ਮੈਂ ਇਸ ਦੇ ਬਾਰੇ ਤੁਹਾਡੇ ਸਾਹਮਣੇ ਦੂਸਰਾ ਇਤਿਹਾਸ 36 ਅਧਿਆਇ 21 ਨੂੰ ਪੜ੍ਹਦਾ ਹਾਂ। ਇਹ ਐਤ ਇਸ ਦਾ ਕਾਰਨ ਦੱਸਦੀ ਹੈ ਕਿ ਯਹੂਦੀ ਲੋਕ ਬਾਬਲ ਵਿੱਚ ਬੰਦਵਾਈ ਵਿੱਚ ਕਿਉਂ ਸਨ। ਸਿਰਫ ਇਸ ਲਈ ਨਹੀਂ ਕਿ ਉਹ ਅਣਆਗਿਆਕਾਰੀ ਸਨ, ਪਰ ਧਿਆਨ ਦਿਓ, ਤਾਂ ਜੋ ਯਹੋਵਾ ਦਾ ਵਚਨ ਜਿਹੜਾ ਜਰਮੀਆ ਦੇ ਮੂੰਹੋਂ ਨਿਕਲਿਆ ਸੀ ਪੂਰਾ ਹੋਵੇ। ਜਿੰਨਾ ਚਿਰ ਦੇਸ਼ ਆਪਣੇ ਸਬਤਾਂ ਦਾ ਆਰਾਮ ਨਾ ਭੋਗੇ, ਵਿਰਾਨੀ ਦੇ ਸਾਰੇ ਦਿਨ ਉਹ ਸਬਤ ਮਨਾਉਂਦੇ ਰਹੇ ਜਦ ਤੱਕ 70 ਬਰੇ ਪੂਰੇ ਨਾ ਹੋਏ। ਹੁਣ ਮੈਨੂੰ ਸੁਣੋ, ਯਹੂਦੀਆਂ ਨੂੰ ਬਾਬਲ ਦੇ ਵਿੱਚ ਬੰਦਵਾਈ ਵਿੱਚ ਭੇਜਣ ਦਾ ਕਾਰਨ ਇਹ ਸੀ ਕਿਉਂ ਜੋ ਪਰਮੇਸ਼ਰ ਨੇ ਆਖਿਆ ਸੀ, ਮੈਂ 7 ਸਾਲਾਂ ਵਿੱਚ 1 ਸਾਲ ਚਾਹੁੰਦਾ ਹਾਂ, ਅਤੇ ਯਹੂਦੀ ਲੋਕਾਂ ਨੇ ਉਸ ਨੂੰ ਨਾ ਦਿੱਤਾ। ਸੋਚੋ ਕੀ ਹੋਇਆ, ਪਰਮੇਸ਼ਰ ਨੇ ਲੈ ਲਿਆ। ਦੋਸਤੋ, ਭਲਾ ਇਹ ਹੈ ਕਿ ਜੋ ਪਰਮੇਸ਼ਰ ਦਾ ਹੈ ਉਹ ਉਸ ਨੂੰ ਦਵੋ, ਜੇ ਨਹੀਂ ਦਵੋਗੇ ਤਾਂ ਉਹ ਲੈ ਲਵੇਗਾ। ਅੱਜ ਸੈਂਕੜੋ ਲੋਕ ਮੇਰੇ ਕੋਲ ਆਉਂਦੇ ਹਨ ਅਤੇ ਆਖਦੇ ਹਨ, ਪਾਸਟਰ ਤੁਸੀਂ ਜਾਣਦੇ ਹੋ, ਜਦ ਮੈਂ ਪਰਮੇਸ਼ਰ ਨੂੰ ਦੇਣਾ ਸ਼ੁਰੂ ਕੀਤਾ ਤਦ ਮੇਰੇ ਨਾਲ ਬੜੀਆਂ ਅਜੀਬ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ। ਮੈਂ ਜੀਵਨ ਵਿੱਚ ਖੁਸ਼ਹਾਲ ਹੋ ਗਿਆ ਹਾਂ। ਜਦ ਤੁਸੀਂ ਪਰਮੇਸ਼ਰ ਨੂੰ ਦੇਣਾ ਸ਼ੁਰੂ ਕਰਦੇ ਹੋ ਤਾਂ ਉਹ ਤੁਹਾਡੇ ਕੁਝ ਵੀ ਨੁਕਸਾਨ ਨਹੀਂ ਹੋਣ ਦਿੰਦਾ।
ਪੁਰਾਣੇ ਨੇਮ ਦੇ ਅੰਦਰ ਯਹੂਦੀ ਲੋਕ ਆਪਣੀ ਘੱਟ ਖਰਚੇ ਦੇ ਕਾਰਨ ਪਰਮੇਸ਼ਰ ਨੂੰ ਨਹੀਂ ਦਿੰਦੇ ਸਨ ਜੋ ਉਸ ਦਾ ਹੁੰਦਾ ਸੀ। ਇਸ ਲਈ ਉਸ ਨੇ ਆਖਿਆ, ਠੀਕ ਹੈ, ਮੈਂ ਉਹ ਹੁਣ ਲੈਣਾ ਹੈ। ਉਹ ਉਹਨਾਂ ਲੋਕਾਂ ਨੂੰ ਦੂਜੇ ਦੇਸ਼ ਦੀ ਧਰਤੀ ਤੇ ਲੈ ਗਿਆ ਅਤੇ ਉਹਨਾਂ ਕੋਲੋਂ ਉਹ ਲਿਆ ਜੋ ਉਸ ਦਾ ਸੀ। ਦਾਨੀਏਲ ਦੇ ਮਨ ਵਿੱਚ ਇਹ ਗੱਲ ਸੀ ਅਤੇ ਉਹ 70 ਸਾਲ ਤੱਕ ਇਸ ਬਾਰੇ ਸੋਚਦਾ ਰਿਹਾ। ਦਾਨੀਏਲ ਕੋਲ ਜਦ ਭਵਿੱਖਬਾਣੀ ਆਈ, 70 ਸਾਤੇ ਠਹਿਰਾਏ ਦਿੱਤੇ ਗਏ ਹਨ। ਤੇਰੇ ਲੋਕਾਂ ਉੱਪਰ ਦਾਨੀਏਲ ਨੇ ਕਦੇ ਵੀ ਦਿਨਾਂ ਦੇ ਬਾਰੇ ਨਹੀਂ ਸੋਚਿਆ ਸੀ, ਉਸ ਨੇ ਤਾਂ ਸਾਲਾਂ ਦੇ ਬਾਰੇ ਹੀ ਸੋਚਿਆ ਸੀ। ਹੁਣ ਜਰਾ ਥੋੜੀ ਦੇਰ ਲਈ ਰੁਕੋ। 70 ਸਾਤੇ ਵਿੱਚ ਕਿੰਨੇ ਸਾਲ ਹੁੰਦੇ ਹਨ? 7 ਦੇ 70 490 ਸਾਲ ਹੁੰਦੇ ਹਨ। ਇਸ ਲਈ ਭਵਿੱਖਬਾਣੀ ਤਾਂ 490 ਸਾਲ ਦੀ ਸੀ। ਹੁਣ ਧਿਆਨ ਦੇਵੋ, ਇਹ ਦੱਸਦੀ ਹੈ 70 ਸਾਤੇ ਠਹਿਰਾਏ ਹੋਏ ਸਨ। ਸ਼ਬਦ ਠਹਿਰਾਏ ਹੋਣਾ ਇਬਰਾਨੀ ਵਿੱਚ ਅਰਥ ਹੈ ਘੱਟ ਕਰਨਾ। ਜਬਰਾਇਲ ਨੇ ਆਖਿਆ ਸੀ ਦਾਨੀਏਲ 70 ਸਾਤੇ ਜਾਂ 490 ਸਾਲ ਜੋ ਕੈਲੰਡਰ ਦੇ ਮੁਤਾਬਕ ਘੱਟ ਹੋ ਸਕਦੇ ਸਨ, ਠਹਿਰਾ ਦਿੱਤੇ ਗਏ ਹਨ। ਇਸ ਲਈ ਸਾਤੇ ਦਾ ਮਤਲਬ ਹੈ 7 ਦੇ 70 ਸਾਲ। ਕੀ ਤੁਸੀਂ ਸਮਝ ਗਏ ਹੋ? ਭਾਗ ਐੜਾ। ਪ੍ਰਸ਼ਨ ਨੰਬਰ 2 ਹੈ ਕਿ ਸਾਲ ਕਿਸ ਤਰ੍ਹਾਂ ਦੇ ਹਨ? ਤੁਸੀਂ ਇਸ ਦਾ ਕੀ ਅਰਥ ਲੈਂਦੇ ਹੋ? ਜਦ ਤੁਸੀਂ ਆਖਦੇ ਹੋ ਸਾਲ, ਤੁਸੀਂ ਆਖੋਗੇ ਹਰੇਕ ਜਾਣਦਾ ਹੈ ਕਿ ਸਾਲ ਦਾ ਕੀ ਅਰਥ ਹੁੰਦਾ ਹੈ। ਇਹ 365 ਦਿਨ ਹਨ। ਨਹੀਂ, ਇਹ ਨਹੀਂ ਹੈ। ਨਵੇਂ ਨੇਮ ਵਿੱਚ ਨਹੀਂ, ਭਵਿੱਖਬਾਣੀ ਦੇ ਸਾਲ ਵਿੱਚ ਨਹੀਂ। ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਦੱਸਾਂ ਇਸ ਦੀ ਗਿਣਤੀ ਕਿਸ ਤਰ੍ਹਾਂ ਕੀਤੀ ਜਾਂਦੀ ਸੀ। ਕੀ ਤੁਸੀਂ ਹੁਣ ਸਮਝਣ ਲਈ ਤਿਆਰ ਹੋ? ਉਤਪਤੀ 7 ਅਧਿਆਏ 11 ਵਿੱਚ ਚਲੋ। ਅਸੀਂ ਹੁਣ ਸੰਖੇਪ ਵਿੱਚ ਉਤਪਤੀ ਦੀ ਜਲ ਪਰਲੋ ਦੇ ਬਾਰੇ ਸਮਝਣ ਜਾ ਰਹੇ ਹਾਂ। ਬਾਈਬਲ ਦੱਸਦੀ ਹੈ ਕਿ ਭਵਿੱਖਬਾਣੀ ਦਾ ਸਾਲ 360 ਦਿਨ ਦਾ ਹੁੰਦਾ ਹੈ। ਜਗਤ ਵਿੱਚ ਅਸੀਂ ਇਸ ਨੂੰ ਕਿਸ ਤਰ੍ਹਾਂ ਲੈਂਦੇ ਹਾਂ? ਹੁਣ ਮੈਂ ਜੋ ਤੁਹਾਨੂੰ ਦੱਸਣ ਜਾ ਰਿਹਾ ਹਾਂ, ਤੁਸੀਂ ਇਸ ਨੂੰ ਵਿਸ਼ਵਾਸ ਨਾਲ ਸਵੀਕਾਰ ਕਰੋ, ਪਰ ਮੈਂ ਚਾਹੁੰਦਾ ਹਾਂ ਕਿ ਤੁਹਾਨੂੰ ਵਿਖਾਵਾਂ ਕਿ ਇਹ ਅਸੀਂ ਕਿਸ ਤਰ੍ਹਾਂ ਜਾਣਦੇ ਹਾਂ। ਉਤਪਤੀ 7 ਅਧਿਆਏ 11 ਨੂੰ ਪੜ੍ਹੋ। ਨੂਹ ਦੇ ਜੀਵਨ ਦੇ 600 ਵਰ੍ਹਿਆਂ ਦੇ ਦੂਜੇ ਮਹੀਨੇ ਦੇ 17ਵੇਂ ਦਿਨ ਦੀ ਵੱਡੀ ਡੂੰਘਾਈ ਦੇ ਸਾਰੇ ਸੋਤੇ ਫੁੱਟ ਨਿਕਲੇ ਔਰ ਆਕਾਸ਼ ਦੀਆਂ ਖਿੜਕੀਆਂ ਖੁੱਲ ਗਈਆਂ। ਜਲ ਪਰਲੋ ਕਦੋਂ ਸ਼ੁਰੂ ਹੋਇਆ? ਦੂਜੇ ਮਹੀਨੇ ਦੇ 17ਵੇਂ ਦਿਨ। ਠੀਕ ਹੈ। ਹੁਣ ਉਤਪਤੀ 8 ਅਧਿਆਏ 4 ਨੂੰ ਵੇਖੋ। ਕਿਸ਼ਤੀ 7ਵੇਂ ਮਹੀਨੇ ਦੇ 17ਵੇਂ ਦਿਨ ਅਰਾਰਾਤ ਪਹਾੜ ਉੱਤੇ ਟਿਕ ਗਈ। ਜਲ ਪਰਲੋ ਦਾ ਅੰਤ ਕਦੋਂ ਹੋਇਆ? 7ਵੇਂ ਮਹੀਨੇ ਦੇ 17ਵੇਂ ਦਿਨ। ਇਸ ਲਈ ਜਲ ਪਰਲੋ ਦਾ ਸਮੇਂ ਕੀ ਸੀ? 5 ਮਹੀਨੇ। ਹੁਣ ਜੇ ਅਸੀਂ ਉਸ ਸਮੇਂ ਦੀ ਗਿਣਤੀ ਪੁਰਾਣੇ ਨੇਮ ਦੇ ਸਾਲ ਦੇ ਅਨੁਸਾਰ ਦਿਨਾਂ ਵਿੱਚ ਕਰਨਾ ਚਾਹੀਏ ਤਾਂ ਅਸੀਂ ਕਰ ਸਕਦੇ ਹਾਂ। ਤੁਸੀਂ ਹੁਣ ਉਤਪਤੀ 7 ਅਧਿਆਏ 24 ਵਿੱਚ ਚਲੋ। 150 ਦਿਨਾਂ ਤੱਕ ਧਰਤੀ ਉੱਤੇ ਪਾਣੀ ਹੀ ਪਾਣੀ ਰਿਹਾ। ਇਸ ਗੱਲ ਨੂੰ ਅੱਗੇ ਅਸੀਂ ਅਧਿਆਏ 8 ਦੇ ਐਤ 3 ਵਿੱਚ ਵੇਖਦੇ ਹਾਂ ਅਤੇ ਪਾਣੀ ਧਰਤੀ ਉੱਤੋਂ ਮੁੜ ਪੈ ਜਾਂਦੇ ਸਨ ਔਰ 150 ਦਿਨਾਂ ਦੇ ਅੰਤ ਵਿੱਚ ਪਾਣੀ ਲੈ ਗਿਆ। ਜੇ ਜਲ ਪਰਲੋ 5 ਮਹੀਨੇ ਜਾਂ 150 ਦਿਨ ਰਿਹਾ ਤਾਂ ਜ਼ਾਹਿਰ ਹੈ ਕਿ ਮਹੀਨਾ 30 ਦਿਨਾਂ ਦਾ ਹੁੰਦਾ ਸੀ ਅਤੇ ਜੇ 30 ਨੂੰ 12 ਨਾਲ ਗੁਣਾ ਕਰੀਏ ਤਾਂ 360 ਆਉਂਦਾ ਹੈ। ਇਸ ਲਈ ਇਤਿਹਾਸਕ ਸਾਲ 360 ਦਿਨ ਦਾ ਹੁੰਦਾ ਸੀ। ਇਹ ਇਤਿਹਾਸਕ ਹੈ। ਭਵਿੱਖਬਾਣੀ ਦੇ ਬਾਰੇ ਕੀ? ਤੁਸੀਂ ਆਪਣੀ ਬਾਈਬਲ ਵਿੱਚ ਦਾਨੀਏਲ 9 ਅਧਿਆਏ 27 ਵਿੱਚ ਚਲੋ, ਜੋ ਦੱਸਦੀ ਹੈ ਅਤੇ ਉਹ ਬਹੁਤਿਆਂ ਦੇ ਨਾਲ ਇੱਕ ਸਾਤੇ ਲਈ ਨੇਮ ਬੰਨੇਗਾ। ਹੁਣ ਤੱਕ ਅਸੀਂ ਕੀ ਸਿੱਖਿਆ ਹੈ? ਇੱਕ ਹਫ਼ਤਾ ਕੀ 7 ਸਾਲ? ਠੀਕ ਹੈ, 7 ਸਾਲ। ਇਸ ਦਾ ਮਤਲਬ ਹੈ ਨੇਮ 7 ਸਾਲ ਲਈ ਬੰਨੇਗਾ। ਦਾਨੀਏਲ 9 ਅਧਿਆਏ 27 ਦੇ ਅੱਗੇ ਦੱਸਦੀ ਹੈ ਅਤੇ ਸਾਤੇ ਦੇ ਵਿਚਕਾਰ ਉਹ ਬਲੀਆਂ ਅਤੇ ਭੇਟਾਂ ਨੂੰ ਮੁਕਾ ਦੇਵੇਗਾ। ਹੁਣ ਕਿੰਨੇ ਚਿਰ ਬਾਅਦ? ਜਾਂ ਸਾਤੇ ਦੇ ਅੱਧ ਵਿੱਚ 3.5 ਸਾਲ ਬਾਅਦ। ਹੁਣ ਤੁਸੀਂ ਨਵੇਂ ਨੇਮ ਦੀ ਕਿਤਾਬ ਪ੍ਰਕਾਸ਼ ਦੀ ਪੋਥੀ 13 ਵਿੱਚ ਚਲੋ ਅਤੇ ਧਿਆਨ ਦਿਓ, ਦਾਨੀਏਲ ਦੀ ਤਰ੍ਹਾਂ ਹੀ ਉੱਥੇ ਮਹੀਨਿਆਂ ਦੇ ਬਾਰੇ ਗਿਣਤੀ ਕੀਤੀ ਗਈ ਹੈ। ਪ੍ਰਕਾਸ਼ ਦੀ ਪੋਥੀ 13 ਦੀ 4 ਤੇ 7 ਐਤ ਉਹਨਾਂ ਨੇ ਅਜਗਰ ਨੂੰ ਮੱਥਾ ਟੇਕਿਆ, ਇਸ ਲਈ ਜੋ ਉਸ ਨੇ ਉਸ ਦਰਿੰਦੇ ਨੂੰ ਆਪਣਾ ਇਖਤਿਆਰ ਦਿੱਤਾ ਸੀ।
ਨਾਲੇ ਉਹਨਾਂ ਨੇ ਉਸ ਦਰਿੰਦੇ ਨੂੰ ਮੱਥਾ ਟੇਕਿਆ ਅਤੇ ਆਖਿਆ, ਭਾਈ, ਇਸ ਦਰਿੰਦੇ ਦੇ ਤੁੱਲ ਕੌਣ ਹੈ ਅਤੇ ਕੌਣ ਇਸ ਨਾਲ ਲੜ ਸਕਦਾ ਹੈ? ਵੱਡਾ ਬੋਲ ਬੋਲਣ ਵਾਲਾ ਅਤੇ ਕੁਫਰ ਬੋਲਣ ਵਾਲਾ ਮੂੰਹ ਉਸ ਨੂੰ ਦਿੱਤਾ ਗਿਆ ਅਤੇ ਉਹਨੂੰ ਇਹ ਇਖਤਿਆਰ ਦਿੱਤਾ ਗਿਆ, ਭਾਈ 42 ਮਹੀਨਿਆਂ ਤੱਕ ਆਪਣਾ ਕੰਮ ਕਰੀ ਜਾਈਂ। ਹੁਣ ਜੇ ਤੁਸੀਂ ਪ੍ਰਕਾਸ਼ ਦੀ ਪੋਥੀ ਦੇ 12ਵੇਂ ਅਧਿਆਇ ਵਿੱਚ ਚਲੋ, ਉੱਥੇ ਇਹ ਸਮੇਂ ਦਿਨਾਂ ਵਿੱਚ ਦੱਸਿਆ ਗਿਆ ਹੈ। ਪ੍ਰਕਾਸ਼ ਦੀ ਪੋਥੀ 12 ਅਧਿਆਇ 6। ਅਤੇ ਉਹ ਇਸਤਰੀ ਉਜਾੜ ਵਿੱਚ ਨੱਸ ਗਈ, ਜਿੱਥੇ ਪਰਮੇਸ਼ਰ ਦੀ ਵੱਲੋਂ ਇੱਕ ਥਾਂ ਉਹਦੇ ਲਈ ਤਿਆਰ ਕੀਤਾ ਹੋਇਆ ਹੈ, ਭਾਈ ਉੱਥੇ 1260 ਦਿਨ ਉਹਦੀ ਪ੍ਰਿਤਪਾਲ ਹੋਵੇ। ਅਸੀਂ ਬਾਈਬਲ ਵਿੱਚ ਵੇਖਦੇ ਹਾਂ ਕਿ ਇਤਿਹਾਸ ਵਿੱਚ ਭਵਿੱਖਬਾਣੀ ਵਿੱਚ ਮਹੀਨਾ 30 ਦਿਨ ਦਾ ਅਤੇ ਸਾਲ 360 ਦਿਨ ਦਾ। ਹੁਣ ਕੋਈ ਪੁੱਛ ਸਕਦਾ ਹੈ ਕਿ ਅੱਜ ਦੇ ਕੈਲੰਡਰ ਦੇ ਮੁਤਾਬਕ ਸਾਲ 365 ਦਿਨ ਦਾ ਹੁੰਦਾ ਹੈ, ਤਾਂ ਇਹ 5 ਦਿਨ ਦੇ ਬਾਰੇ ਕੀ ਹੈ? ਕਿ ਸਾਡੇ ਕੋਲ ਪਰਫੈਕਟ ਕੈਲੰਡਰ ਹੈ? ਨਹੀਂ, ਇਹ ਲੀਪ ਦਾ ਸਾਲ ਹੈ। ਇਹ ਕੁਝ ਵੱਡਾ ਹੈ। ਮੈਂ ਚਾਹੁੰਦਾ ਹਾਂ ਤੁਸੀਂ ਇਸ ਨੂੰ ਯਾਦ ਰੱਖੋ। ਸਾਤਾ ਹੈ 7 ਅਤੇ ਇਹ ਹੈ 7 ਸਾਲ ਅਤੇ ਸਾਲ ਹੈ 360 ਦਿਨ ਦਾ। ਹੁਣ ਅਸੀਂ ਇਸ ਗੱਲ ਨੂੰ ਜਾਣਨ ਲਈ ਪਿੱਛੇ ਨਹੀਂ ਆਵਾਂਗੇ। ਅਸੀਂ 70 ਸਾਤੇ ਦੇ ਬਾਰੇ ਗੱਲਬਾਤ ਕਰ ਰਹੇ ਹਾਂ ਅਤੇ ਸਾਲ ਦੇ 360 ਦਿਨ ਦੇ ਬਾਰੇ। ਨੰਬਰ 3, ਦਾਨੀਏਲ ਦੀ ਭਵਿੱਖਬਾਣੀ ਦਾ ਵਿਸ਼ੇ। ਇਸ ਭਵਿੱਖਬਾਣੀ ਦਾ ਵਿਸ਼ੇ ਕੀ ਹੈ? ਪਰਮੇਸ਼ਰ ਦਾਨੀਏਲ ਨੂੰ ਕੀ ਦੱਸਣ ਦਾ ਯਤਨ ਕਰ ਰਿਹਾ ਸੀ? ਅਸੀਂ ਇਹ ਜਾਣ ਚੁੱਕੇ ਹਾਂ ਕਿ ਐਤ 24 ਦੀ ਭਵਿੱਖਬਾਣੀ ਯਹੂਦੀ ਲੋਕਾਂ ਦੇ ਬਾਰੇ ਹੈ। 70 ਸਾਲ ਤੇਰੇ ਲੋਕਾਂ ਲਈ ਠਹਿਰਾਏ ਗਏ ਹਨ। ਕਿਹਨਾਂ ਲਈ? ਤੇਰੇ ਲੋਕਾਂ ਲਈ। ਅਤੇ ਹੋਰ ਕਿਸ ਲਈ? ਤੇਰੇ ਪਵਿੱਤਰ ਸ਼ਹਿਰ ਲਈ। ਇਹ ਇੱਕ ਦਿਲਚਸਪ ਗੱਲ ਹੈ ਕਿ ਪਰਮੇਸ਼ਰ ਦਾਨੀਏਲ ਨੂੰ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਕਈ ਰਾਜੇ ਇੱਕ ਦੇ ਬਾਅਦ ਇੱਕ ਅਤੇ ਸਮੇਂ ਤੱਕ ਆਉਣਗੇ। ਦਾਨੀਏਲ ਨੇ ਪਰਮੇਸ਼ਰ ਨੂੰ ਪਹਿਲਾਂ ਹੀ ਪੁੱਛਿਆ ਸੀ ਕਿ ਉਸ ਨੂੰ ਸਮਝਾਵੇ ਕਿ ਇਸ ਬੰਦਵਾਈ ਦੇ ਬਾਅਦ ਕੀ ਹੋਣ ਜਾ ਰਿਹਾ ਹੈ, ਅਤੇ ਪਰਮੇਸ਼ਰ ਨੇ ਇਸ ਭਵਿੱਖਬਾਣੀ ਦੇ ਦੁਆਰਾ ਦਾਨੀਏਲ ਨਾਲ ਗੱਲਬਾਤ ਕੀਤੀ। ਮੈਂ ਤੇਰੇ ਲੋਕਾਂ ਨੂੰ ਅਜੇ ਛੱਡਿਆ ਨਹੀਂ ਹੈ। ਮੇਰੀ ਯੋਜਨਾ ਯਹੂਦੀਆਂ ਲਈ ਹੈ। ਮੈਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਯੋਜਨਾ ਦੂਜੀ ਭੀੜ ਲਈ ਵੀ ਹੈ ਜੋ ਯਹੂਦੀ ਨਹੀਂ ਹਨ। ਮੈਂ ਚਾਹੁੰਦਾ ਹਾਂ ਕਿ ਤੂੰ ਵੇਖ ਲੈ ਕਿ ਮੈਂ ਭਵਿੱਖ ਵਿੱਚ ਕੀ ਕਰਨ ਜਾ ਰਿਹਾ ਹਾਂ। ਐਤ 24 ਵਿੱਚ ਉਹ ਦਾਨੀਏਲ ਨੂੰ 6 ਚੀਜ਼ਾਂ ਦੇ ਬਾਰੇ ਦੱਸਦਾ ਹੈ ਜੋ ਹੋਣ ਜਾ ਰਹੀਆਂ ਹਨ, ਪਰ ਅਸੀਂ ਇੱਥੇ ਉਹਨਾਂ ਬਾਰੇ ਗੱਲਬਾਤ ਨਹੀਂ ਕਰਨ ਜਾ ਰਹੇ, ਸਿਵਾਏ ਇਸ ਦੇ ਕਿ ਉਹ ਆਖਦਾ ਹੈ, ਇਸ 490 ਸਾਲ ਦੇ ਦੌਰਾਨ ਮੈਂ 6 ਚੀਜ਼ਾਂ ਕਰਾਂਗਾ, 3 ਬੁਰੀਆਂ ਅਤੇ 3 ਚੰਗੀਆਂ। 70 ਸਾਤੇ ਤੇਰੇ ਲੋਕਾਂ ਅਤੇ ਤੇਰੇ ਪਵਿੱਤਰ ਸ਼ਹਿਰ ਲਈ ਠਹਿਰਾਏ ਗਏ ਸਨ। ਭਾਈ ਉਸ ਸਮੇਂ ਵਿੱਚ ਉਹ ਉਸ ਅਪਰਾਧ ਨੂੰ ਮੁਕਾਏ ਅਤੇ ਪਾਪਾਂ ਦਾ ਅੰਤ ਕਰੇ ਅਤੇ ਬੁਰਾਈ ਦਾ ਪ੍ਰਾਸ਼ਚਿਤ ਕਰੇ ਅਤੇ ਸਦਾ ਦਾ ਧਰਮ ਲਿਆਵੇ ਅਤੇ ਦ੍ਰਿਸ਼ਟ ਅਤੇ ਅਗਾਮ ਬਾਕ ਉੱਤੇ ਮੋਹਰ ਲਾਵੇ ਅਤੇ ਅਤ ਪਵਿੱਤਰ ਨੂੰ ਮਸਾ ਕਰੇ। ਪਰਮੇਸ਼ਰ ਦਾਨੀਏਲ ਨੂੰ ਆਖਦਾ ਹੈ ਕਿ ਮੈਂ ਤੇਰੇ ਲੋਕਾਂ ਲਈ 490 ਸਾਲ ਠਹਿਰਾਏ ਹੋਏ ਹਨ। ਬਾਈਬਲ ਦੱਸਦੀ ਹੈ ਉਸਨੇ ਆਪਣੇ ਪੁੱਤਰ ਪ੍ਰਭੂ ਯੀਸ਼ੂ ਨੂੰ ਇਸ ਜਗਤ ਵਿੱਚ ਭੇਜਿਆ। ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹ ਆਪਣੇ ਯਹੂਦੀ ਲੋਕਾਂ ਲਈ ਆਇਆ। ਬਾਈਬਲ ਦੱਸਦੀ ਹੈ ਉਹ ਆਪਣੇ ਹੀ ਲੋਕਾਂ ਲਈ ਆਇਆ ਅਤੇ ਉਹਨਾਂ ਨੇ ਉਸ ਨੂੰ ਸਵੀਕਾਰ ਨਹੀਂ ਕੀਤਾ। ਉਹਨਾਂ ਨੇ ਉਸ ਦਾ ਇਨਕਾਰ ਕੀਤਾ। ਪਰ ਜਿਨ੍ਹਾਂ ਨੇ ਉਸ ਨੂੰ ਸਵੀਕਾਰ ਕੀਤਾ ਉਹਨਾਂ ਨੂੰ ਉਸ ਨੇ ਪਰਮੇਸ਼ਰ ਦਾ ਪੁੱਤਰ ਹੋਣ ਦਾ ਅਧਿਕਾਰ ਦਿੱਤਾ। ਜਦ ਇਸਰਾਏਲ ਨੇ ਯਿਸੂ ਨੂੰ ਮਸੀਹਾ ਕਰਕੇ ਸਵੀਕਾਰ ਨਹੀਂ ਕੀਤਾ ਤਾਂ ਉਹ ਦੂਜੀ ਜਾਤੀਆਂ ਵੱਲ ਮੁੜ ਗਿਆ ਅਤੇ ਯਹੂਦੀਆਂ ਦੇ ਲਈ ਯੋਜਨਾ ਨੂੰ ਇੱਕ ਪਾਸੇ ਹਟਾ ਦਿੱਤਾ। ਇਸ ਤਰੀਕੇ ਨਾਲ ਤੁਹਾਨੂੰ ਅਤੇ ਮੈਨੂੰ ਛੁਟਕਾਰਾ ਮਿਲਿਆ। 69 ਭਵਿੱਖਬਾਣੀਆਂ ਹੁਣ ਤੱਕ ਹੂਬਹੂ ਪੂਰੀਆਂ ਹੋ ਚੁੱਕੀਆਂ ਹਨ। ਮੈਂ ਵਿਸ਼ਵਾਸ ਕਰਦਾ ਹਾਂ ਕਿ ਅਸੀਂ ਅੰਤ ਸਮੇਂ ਵਿੱਚ ਹਾਂ ਅਤੇ ਬਹੁਤ ਹੀ ਜਲਦੀ ਰੈਪਚਰ ਹੋਣ ਜਾ ਰਿਹਾ ਹੈ ਅਤੇ ਇਸ ਦੇ ਬਾਅਦ ਮਹਾ ਕਲੇਸ਼, ਜਿਸ ਦੀ ਭਵਿੱਖਬਾਣੀ ਨੂੰ ਅਸੀਂ ਦਾਨੀਏਲ ਦੀ ਕਿਤਾਬ ਵਿੱਚ ਵੇਖਿਆ ਹੈ, ਜੋ ਪੂਰਾ ਹੋਣ ਜਾ ਰਿਹਾ ਹੈ। ਹੁਣ ਯਿਸੂ ਦੇ ਆਉਣ ਵਿੱਚ ਦੇਰ ਨਹੀਂ ਹੈ। ਇਹ ਹੀ ਭਵਿੱਖਬਾਣੀ ਦਾ ਵਿਸ਼ੇ ਹੈ। 490 ਸਾਲ ਪਰਮੇਸ਼ਰ ਯਹੂਦੀ ਲੋਕਾਂ ਨਾਲ ਵਿਹਾਰ ਕਰਦਾ ਆ ਰਿਹਾ ਹੈ। ਨੰਬਰ 5, ਦਾਨੀਏਲ ਦੀ ਭਵਿੱਖਬਾਣੀ ਦਾ ਕਰਮ। ਐਤ 24 ਪੂਰੀ ਭਵਿੱਖਬਾਣੀ ਦਾ ਵਿਸਥਾਰ ਹੈ। ਇਹ ਪੂਰੇ ਕਥਨ ਦਾ ਸਾਰਾਂਸ਼ ਹੈ। ਐਤ 24 ਇੱਕ ਤਰੀਕੇ ਨਾਲ ਭਵਿੱਖਬਾਣੀ ਦਾ ਸਾਰਾਂਸ਼ ਹੈ
ਅਤੇ ਇਸ ਤੋਂ ਬਾਅਦ ਐਤ 25 ਵਿੱਚ ਸਾਨੂੰ ਦਾਨੀਏਲ ਦੇ 70 ਸਾਤਿਆਂ ਵਿੱਚੋਂ ਪਹਿਲੇ 69 ਸਾਤੇ ਦੀ ਜਾਣਕਾਰੀ ਦਿੱਤੀ ਗਈ ਹੈ। ਐਤ 26 ਵਿੱਚ ਉਪਵਾਕ ਹਨ ਜਿਨ੍ਹਾਂ ਦੇ ਦੁਆਰਾ ਸਾਨੂੰ ਸਮਝ ਦਿੱਤੀ ਗਈ ਹੈ ਅਤੇ ਇਸ ਤੋਂ ਬਾਅਦ ਐਤ 27 ਸਾਨੂੰ 70ਵੇਂ ਸਾਤੇ ਦੀ ਜਾਣਕਾਰੀ ਦਿੰਦੀ ਹੈ। ਐਤ 24 ਸ਼ਰਾਂਸ਼, ਐਤ 25 ਪਹਿਲੇ 69 ਸਾਤੇ, ਐਤ 26 ਉਪਵਾਕ, ਐਤ 27 ਦਾਨੀਏਲ ਦਾ 70ਵਾਂ ਸਾਤਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਜੇ ਕੋਈ ਵਿਅਕਤੀ ਗੰਭੀਰਤਾ ਨਾਲ ਪਰਮੇਸ਼ਰ ਦੇ ਵਚਨ ਨੂੰ ਪੜ੍ਹਨਾ ਚਾਹੇ ਤਾਂ ਇਹ ਭਵਿੱਖਬਾਣੀ ਉਸ ਨੂੰ ਮਹਾਨ ਆਸ਼ੀਸ਼ ਦੇ ਸਕਦੀ ਹੈ। ਇਸ ਭਵਿੱਖਬਾਣੀ ਵਿੱਚ ਕਈ ਸ਼ਤਾਬਦੀਆਂ ਪਹਿਲਾਂ ਹੀ ਨਬੀ ਦਾਨੀਏਲ ਨੂੰ ਦੱਸਿਆ ਸੀ ਕਿ ਉਹ ਕੀ ਕਰਨ ਜਾ ਰਿਹਾ ਹੈ। ਕੀ ਤੁਸੀਂ ਜਾਣਦੇ ਹੋ ਕਿ ਆਲੋਚਕ ਜਦ ਦਾਨੀਏਲ ਦੀ ਕਿਤਾਬ ਨੂੰ ਪੜ੍ਹਦੇ ਹਨ ਤਾਂ ਉਹ 9ਵੇਂ ਅਧਿਆਏ ਦੇ ਨਾਲ ਨਫ਼ਰਤ ਕਰਦੇ ਹਨ। ਉਹ ਨਫ਼ਰਤ ਇਸ ਲਈ ਕਰਦੇ ਹਨ ਕਿਉਂ ਜੋ ਇਸ ਵਿੱਚ ਇਤਿਹਾਸ ਤੋਂ ਪਹਿਲਾਂ ਦੀਆਂ ਗੱਲਾਂ ਲਿਖੀਆਂ ਹੋਈਆਂ ਹਨ। ਉਹ ਸੋਚ ਵੀ ਨਹੀਂ ਸਕਦੇ ਕਿ ਪਰਮੇਸ਼ਰ ਪਹਿਲਾਂ ਹੀ ਦੱਸ ਸਕਦਾ ਹੈ ਕੀ ਹੋਣ ਜਾ ਰਿਹਾ ਹੈ। ਇਸ ਲਈ ਅੱਜ ਤੱਕ ਇਸ ਅਧਿਆਏ ਦੀ ਬਹੁਤ ਆਲੋਚਨਾ ਕੀਤੀ ਗਈ ਹੈ। ਪਰਮੇਸ਼ਰ ਨੇ ਯਰੂਸ਼ਲਮ ਦੇ ਨਾਸ਼ ਹੋਣ ਦੀ ਭਵਿੱਖਬਾਣੀ ਕੀਤੀ ਸੀ। ਇਤਿਹਾਸ ਵਿੱਚ ਉਸ ਤਰ੍ਹਾਂ ਹੀ ਹੋਇਆ। ਉਸ ਨੇ ਭਵਿੱਖਬਾਣੀ ਕੀਤੀ ਹੋਈ ਹੈ ਕਿ ਜਦ ਉਹ ਰਾਜਾ ਆਏਗਾ ਮਸੀਹ ਵਿਰੋਧੀ ਤਾਂ ਕੀ ਹੋਣ ਜਾ ਰਿਹਾ ਹੈ ਅਤੇ ਉਹ ਜਗਤ ਦੇ ਅੰਤ ਸਮੇਂ ਵਿੱਚ ਆ ਰਿਹਾ ਹੈ। ਸਾਰ, ਇਸ ਹਫ਼ਤੇ ਮੈਂ ਭਵਿੱਖਬਾਣੀ ਨੂੰ ਪੜ੍ਹ ਰਿਹਾ ਸੀ ਕਿ ਦਾਨੀਏਲ ਨੇ ਪਰਮੇਸ਼ਰ ਕੋਲੋਂ ਪੁੱਛਿਆ ਕਿ ਉਹ ਉਸ ਨੂੰ ਦੱਸੇ ਕਿ ਬਾਬਲ ਵਿੱਚ ਯਹੂਦੀਆਂ ਨਾਲ ਕੀ ਹੋਣ ਜਾ ਰਿਹਾ ਹੈ। ਪਰਮੇਸ਼ਰ ਨੇ ਆਖਿਆ, ਦਾਨੀਏਲ, ਕਿਉਂ ਜੋ ਤੇਰਾ ਸੰਬੰਧ ਮੇਰੇ ਨਾਲ ਧਰਮੀ ਅਤੇ ਆਗਿਆਕਾਰੀ ਹੈ। ਮੈਂ ਤੈਨੂੰ ਸਿਰਫ ਇਹ ਹੀ ਨਹੀਂ ਦੱਸਣ ਜਾ ਰਿਹਾ ਕਿ ਤੁਸੀਂ ਕਦ ਬਾਬਲ ਵਿੱਚੋਂ ਬਾਹਰ ਨਿਕਲੋਗੇ, ਮੈਂ ਤਾਂ ਤੈਨੂੰ ਇਹ ਵੀ ਦੱਸਣ ਜਾ ਰਿਹਾ ਹਾਂ ਕਿ ਮੈਂ ਤੇਰੇ ਅਤੇ ਤੇਰੇ ਲੋਕਾਂ ਨਾਲ ਕੀ ਕਰਨ ਜਾ ਰਿਹਾ ਹਾਂ ਜਦ ਤੱਕ ਤੁਸੀਂ ਇਸ ਧਰਤੀ ਉੱਤੇ ਹੋ। ਕੀ ਕਦੀ ਤੁਸੀਂ ਪਰਮੇਸ਼ਰ ਕੋਲ ਗਏ ਹੋ ਅਤੇ ਕਿਸੇ ਚੀਜ਼ ਦੇ ਬਾਰੇ ਪੁੱਛਿਆ ਹੈ ਅਤੇ ਉਹ ਤੁਹਾਨੂੰ ਸਿਰਫ ਉਹ ਹੀ ਨਹੀਂ ਦੱਸੇਗਾ ਜੋ ਤੁਸੀਂ ਪੁੱਛਿਆ ਹੈ, ਪਰ ਇਸ ਤੋਂ ਕਿਤੇ ਜ਼ਿਆਦਾ ਤੁਹਾਨੂੰ ਦੱਸੇਗਾ। ਜੋ ਅੱਖਾਂ ਨੇ ਨਹੀਂ ਵੇਖਿਆ, ਪਰਮੇਸ਼ਰ ਨੇ ਉਹ ਚੀਜ਼ਾਂ ਉਹਨਾਂ ਲਈ ਤਿਆਰ ਕੀਤੀਆਂ ਹੋਈਆਂ ਹਨ ਜੋ ਉਹਨੂੰ ਪਿਆਰ ਕਰਦੇ ਹਨ। ਮੈਂ ਹੈਰਾਨ ਹੁੰਦਾ ਹਾਂ ਕਿ ਕੀ ਹੋ ਸਕਦਾ ਹੈ ਜੇ ਅਸੀਂ ਪਰਮੇਸ਼ਰ ਕੋਲ ਜਾਈਏ, ਪ੍ਰਾਰਥਨਾ ਕਰੀਏ, ਕੁਝ ਮੰਗੀਏ ਤਾਂ ਉਹ ਉਸ ਤੋਂ ਜ਼ਿਆਦਾ ਦੇਣ ਵਾਲਾ ਪਰਮੇਸ਼ਰ ਹੈ। ਜੋ ਪਰਮੇਸ਼ਰ ਦਾ ਹੈ ਉਹ ਉਸ ਨੂੰ ਦਈਏ, ਜੇ ਨਹੀਂ ਦਿੰਦੇ ਤਾਂ ਉਹ ਆਪਣੇ ਤਰੀਕੇ ਨਾਲ ਲਵੇਗਾ। ਦੋ ਮਸੀਹ ਪਹਿਲੀ ਸਦੀ ਦੇ ਯਰੂਸ਼ਲਮ ਦੇ ਨਮੂਨੇ ਨੂੰ ਯਰੂਸ਼ਲਮ ਸ਼ਹਿਰ ਦੇ ਇੱਕ ਹੋਟਲ ਵਿੱਚ ਵੇਖ ਰਹੇ ਸਨ। ਮੈਨੂੰ ਵੀ ਮੌਕਾ ਮਿਲਿਆ ਅਤੇ ਮੈਂ ਉਸ ਨਮੂਨੇ ਨੂੰ ਵੇਖਿਆ। ਇਹ ਬਹੁਤ ਹੀ ਵੱਡਾ ਹੈ। ਇਹ ਦੋਵੇਂ ਮਸੀਹ ਗੱਲਬਾਤ ਕਰ ਰਹੇ ਸੀ ਕਿ ਹੈਕਲ ਨੂੰ ਭਵਿੱਖ ਵਿੱਚ ਕਿਸ ਤਰ੍ਹਾਂ ਬਣਾਇਆ ਜਾਵੇਗਾ। ਉਹਨਾਂ ਦੇ ਨੇੜੇ ਇੱਕ ਅਜਨਬੀ ਖੜਾ ਸੀ ਜੋ ਉਹਨਾਂ ਦੀ ਗੱਲਬਾਤ ਸੁਣ ਰਿਹਾ ਸੀ ਅਤੇ ਉਸ ਨੇ ਉਹਨਾਂ ਨੂੰ ਦੱਸਿਆ ਕਿ ਉਹ ਨਿਊਯਾਰਕ ਦਾ ਰੱਬੀ ਹੈ। ਉਸ ਰੱਬੀ ਨੇ ਉਹਨਾਂ ਨੂੰ ਆਖਿਆ ਕਿ ਮੈਂ ਤੁਹਾਨੂੰ ਇੱਕ ਪ੍ਰਸ਼ਨ ਪੁੱਛ ਸਕਦਾ ਹਾਂ ਕਿ ਮਸੀਹ ਲੋਕ ਸੱਚਮੁੱਚ ਵਿਸ਼ਵਾਸ ਕਰਦੇ ਹਨ ਕਿ ਯਰੂਸ਼ਲਮ ਦੀ ਹੈਕਲ ਦੁਆਰਾ ਬਣਾਈ ਜਾਵੇਗੀ। ਉਹਨਾਂ ਵਿੱਚੋਂ ਇੱਕ ਮਸੀਹ ਨੇ ਰੱਬੀ ਨੂੰ ਉੱਤਰ ਦਿੱਤਾ ਕਿ ਤੂੰ ਆਪਣੇ ਨਬੀ ਹਿਜ਼ਕੀਏਲ ਅਤੇ ਦਾਨੀਏਲ ਨੂੰ ਨਹੀਂ ਪੜ੍ਹਿਆ? ਅਤੇ ਰੱਬੀ ਨੇ ਆਖਿਆ, ਨਹੀਂ। ਜਦ ਮੈਂ ਪੜ੍ਹਨਾ ਚਾਹਿਆ ਸੀ ਤਾਂ ਮੈਨੂੰ ਵਿਸ਼ੇਸ਼ ਰੂਪ ਵਿੱਚ ਦਾਨੀਏਲ ਦੀ ਭਵਿੱਖਬਾਣੀ 70 ਸਾਤੇ ਨੂੰ ਪੜ੍ਹਨ ਲਈ ਮਨਾ ਕੀਤਾ ਗਿਆ ਸੀ। ਮਨਾ ਕਿਉਂ ਕੀਤਾ ਗਿਆ ਸੀ? ਕਿਉਂਕਿ ਭਵਿੱਖਬਾਣੀ ਦੀ ਕਿਤਾਬ ਖਾਸ ਕਰਕੇ ਦਾਨੀਏਲ 9 ਦੱਸਦੀ ਹੈ ਕਿ ਮਸੀਹਾ ਆ ਚੁੱਕਾ ਹੈ। ਉਹ ਇੱਥੇ ਹੀ ਹੈ। ਯਹੂਦੀ ਉਸ ਨੂੰ ਲੱਭ ਰਹੇ ਹਨ। ਦਾਨੀਏਲ 9 ਦੱਸਦੀ ਹੈ ਉਹ ਆ ਚੁੱਕਾ ਹੈ। ਇਹ ਗੱਲ ਯਹੂਦੀਆਂ ਦੇ ਇਤਿਹਾਸ ਦੀ ਘਟਨਾ ਨਾਲ ਜੁੜੀ ਹੋਈ ਹੈ ਜਦ 70 AD ਵਿੱਚ ਯਰੂਸ਼ਲਮ ਦਾ ਨਾਸ਼ ਕੀਤਾ ਗਿਆ ਸੀ। ਇਸ ਦਾ ਹਵਾਲਾ ਸ਼ਾਸਤਰ ਦੀ ਭਵਿੱਖਬਾਣੀ ਵਿੱਚ ਹੈ। ਮਸੀਹ ਆ ਚੁੱਕਾ ਹੈ। ਮੇਰੇ ਭੈਣੋ ਤੇ ਭਰਾਵੋ, ਤੁਸੀਂ ਪੁਰਾਣੇ ਨੇਮ ਵਿੱਚੋਂ ਇਸ ਸੁਸਮਾਚਾਰ ਦਾ ਇਹ ਉਪਦੇਸ਼ ਦੇ ਸਕਦੇ ਹੋ, ਯਿਸੂ ਆ ਚੁੱਕਾ ਹੈ। ਮਸੀਹ ਇੱਥੇ ਹੀ ਹੈ। ਅਸੀਂ ਉਸ ਦੀ ਖੋਜ ਨਹੀਂ ਕਰ ਰਹੇ ਹਾਂ। ਅਸੀਂ ਤਾਂ ਉਸ ਦੇ ਵਾਪਸ ਆਉਣ ਦੀ ਇੰਤਜ਼ਾਰ ਕਰ ਰਹੇ ਹਾਂ। ਯਹੂਦੀ ਤਾਂ ਅਜੇ ਵੀ ਉਸ ਦੀ ਪਹਿਲੀ ਵਾਰ ਆਉਣ ਦੀ ਇੰਤਜ਼ਾਰ ਕਰ ਰਹੇ ਹਨ। ਉਹ ਆ ਚੁੱਕਾ ਹੈ। ਜਿਸ ਤਰ੍ਹਾਂ ਅਸਲ ਵਿੱਚ ਉਹ ਪਹਿਲੀ ਵਾਰ ਆਇਆ ਸੀ, ਉਹ ਦੁਬਾਰਾ ਆ ਰਿਹਾ ਹੈ। ਆਮੀਨ। ਪਿਆਰੇ ਦਰਸ਼ਕੋ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਨਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ।
ਪਰਮੇਸ਼ਵਰ ਦੇ ਵਚਨ ਦੇ ਪ੍ਰਤੀ ਤੁਹਾਡੀ ਦਿਲਚਸਪੀ ਦੇ ਲਈ ਅਸੀਂ ਤੁਹਾਡੀ ਪ੍ਰਸ਼ੰਸਾ ਕਰਦੇ ਹਾਂ। ਦੋਸਤੋ, ਅੱਜ ਅਸੀਂ ਦਾਨੀਏਲ ਨਬੀ ਦੇ 9 ਅਧਿਆਏ ਦੀ 24 ਤੋਂ ਲੈ ਕੇ 27 ਆਇਤਾਂ ਦੇ ਵਚਨਾਂ ਦਾ ਅਧਿਐਨ ਕਰ ਰਹੇ ਸੀ। ਅੱਜ ਅਸੀਂ ਦਾਨੀਏਲ ਨਬੀ ਦੀ ਭਵਿੱਖਬਾਣੀ ਦੇ ਪ੍ਰਤੀ ਉਸ ਦੀ ਵਿਆਖਿਆ ਕਰ ਰਹੇ ਸੀ। ਦਾਨੀਏਲ ਨਬੀ ਦੀ ਭਵਿੱਖਬਾਣੀ ਦੇ ਵਿੱਚ ਅਸੀਂ ਇਸ ਪ੍ਰਸ਼ਨ ਨੂੰ ਜਾਣਨ ਦੀ ਗੱਲਬਾਤ ਕੀਤੀ ਕਿ ਇਹ ਇੱਕ ਹਫ਼ਤਾ ਕਿਵੇਂ ਹੈ। ਪੁਰਾਣੇ ਨੇਮ ਦੇ ਵਿੱਚ ਹਫ਼ਤੇ ਦੇ ਲਈ ਸੁਬੋਇਆ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦਾ ਅਰਥ ਹੈ 7। ਬਸ ਇਹ ਹੀ ਇਸ ਦਾ ਅਰਥ ਹੈ। ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 9 ਅਧਿਆਇ ਦੀ 24 ਆਇਤ ਦੇ ਵਿੱਚ 70 ਸਾਤਿਆਂ ਬਾਰੇ ਪੜ੍ਹਿਆ। ਅਸੀਂ ਜਾਣਿਆ ਕਿ ਇਹ 70 ਸਾਤੇ ਦੇ ਦਿਨ ਨਹੀਂ ਹੋ ਸਕਦੇ, ਬਲਕਿ ਇਹ 70 ਸਾਤੇ ਦੇ ਸਾਲ ਹਨ। ਇਹਨੂੰ ਅਸੀਂ ਲੇਵੀ ਦੀ ਪੁਸਤਕ ਦੇ 25 ਅਧਿਆਇ ਦੀ 3 ਅਤੇ 4 ਆਇਤ ਦੇ ਵਿੱਚੋਂ ਸਮਝਿਆ। ਇਸ ਤੋਂ ਅਸੀਂ ਜਾਣਿਆ ਕਿ ਇਹ ਨੰਬਰ 7 ਸਾਲਾਂ ਦੇ ਨਾਲ ਜੁੜਿਆ ਹੋਇਆ ਹੈ, ਨਾ ਕਿ 7 ਦਿਨਾਂ ਦੇ ਨਾਲ। ਇਸ ਤਰ੍ਹਾਂ ਅਸੀਂ ਭਵਿੱਖਬਾਣੀ ਦੇ ਵਿੱਚ ਹਫ਼ਤੇ ਨਾਲ ਪੜ੍ਹਦੇ ਹੋਏ ਯਹੂਦੀਆਂ ਦੇ ਕੈਲੰਡਰ ਦੇ ਉੱਤੇ ਗੱਲਬਾਤ ਕੀਤੀ। ਫਿਰ ਅਸੀਂ ਦਾਨੀਏਲ ਦੀ ਸੋਚ ਬਾਰੇ ਗੌਰ ਕੀਤਾ। ਅਸੀਂ ਜਾਣਿਆ ਕਿ ਦਾਨੀਏਲ ਨਬੀ ਇਸ ਗੱਲ ਨੂੰ ਜਾਣਦਾ ਸੀ ਕਿ ਭਵਿੱਖਬਾਣੀ ਦੇ ਜਿਨ੍ਹਾਂ ਵਚਨਾਂ ਨੂੰ ਉਹ ਪੜ੍ਹ ਰਿਹਾ ਹੈ ਉਹ 70 ਦਿਨਾਂ ਨੂੰ ਨਹੀਂ, ਸਗੋਂ 70 ਸਾਲਾਂ ਨੂੰ ਦਰਸਾਉਂਦੇ ਹਨ। ਇਸ ਤੋਂ ਬਾਅਦ ਅਸੀਂ ਇੱਕ ਹੋਰ ਪ੍ਰਸ਼ਨ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਕਿ ਸਾਲ ਕਿਸ ਤਰ੍ਹਾਂ ਦੇ ਹਨ। ਅਸੀਂ ਜਾਣਿਆ ਕਿ ਬਾਈਬਲ ਬਾਣੀ ਦੇ ਵਿੱਚ ਭਵਿੱਖਬਾਣੀ ਦਾ ਸਾਲ 360 ਦਿਨ ਦਾ ਹੁੰਦਾ ਹੈ। ਅਸੀਂ ਸਿੱਖਿਆ ਕਿ ਇਹਨਾਂ ਸਾਲਾਂ ਨੂੰ ਕਿਸ ਤਰ੍ਹਾਂ ਗਿਣਿਆ ਜਾਂਦਾ ਹੈ। ਇਸ ਦੇ ਦਿਨਾਂ ਨੂੰ ਅਸੀਂ ਉਤਪੱਤੀ ਦੇ 7 ਅਧਿਆਇ ਦੀ 11 ਅਤੇ 8 ਅਧਿਆਇ ਦੀ 4 ਆਇਤ ਦੇ ਵਚਨਾਂ ਤੋਂ ਸਿੱਖਿਆ। ਇਹਨਾਂ ਵਚਨਾਂ ਦੇ ਵਿੱਚ ਨੂਹ ਦੇ ਸਮੇਂ ਆਈ ਜਲ ਪ੍ਰਲੋ ਦਾ ਜ਼ਿਕਰ ਹੈ। ਅਸੀਂ ਦਾਨੀਏਲ ਨਬੀ ਦੀ ਭਵਿੱਖਬਾਣੀ ਦੇ ਵਿਸ਼ੇ ਨੂੰ ਜਾਣਿਆ। ਅਸੀਂ ਜਾਣਿਆ ਕਿ ਇਹ ਭਵਿੱਖਬਾਣੀ ਯਹੂਦੀਆਂ ਦੇ ਲਈ ਸੀ। ਇਸ ਦਾ ਉਦੇਸ਼ ਯਹੂਦੀਆਂ ਦੇ ਪਾਪਾਂ ਦਾ ਅੰਤ ਕਰਨਾ, ਬੁਰਾਈ ਦਾ ਪ੍ਰਾਸ਼ਚਿਤ ਕਰਨਾ ਅਤੇ ਸਦਾ ਦੇ ਧਰਮ ਨੂੰ ਸਥਾਪਿਤ ਕਰਨ ਦੇ ਨਾਲ ਅਤੇ ਪਵਿੱਤਰ ਨੂੰ ਮਸਾ ਕਰਨ ਦੇ ਨਾਲ ਸੰਬੰਧਿਤ ਹੈ। ਪਰਮੇਸ਼ਵਰ ਨੇ ਦਾਨੀਏਲ ਦੇ ਉੱਤੇ ਜ਼ਾਹਿਰ ਕੀਤਾ ਕਿ 70 ਸਾਲ ਦੇ ਪੂਰਾ ਹੋਣ ਤੋਂ ਬਾਅਦ ਉਹ ਉਹਦੇ ਲੋਕਾਂ ਨਾਲ ਕੀ ਕਰਨ ਜਾ ਰਿਹਾ ਹੈ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ। ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ। ਪ੍ਰਭੂ ਜੀ, ਅੱਜ ਇੱਕ ਵਾਰੀ ਫਿਰ ਤੋਂ ਤੁਸੀਂ ਪਿਤਾ ਪਰਮੇਸ਼ਰ ਸਾਡੇ ਉੱਤੇ ਆਪਣੀ ਕਿਰਪਾ ਕੀਤੀ, ਆਪਣੇ ਵਚਨ ਦੇ ਭੇਤਾਂ ਨੂੰ ਸਾਡੇ ਉੱਤੇ ਪ੍ਰਗਟ ਕੀਤਾ। ਅੱਜ ਅਸੀਂ ਪਿਤਾ ਪਰਮੇਸ਼ਰ ਉਹਨਾਂ 70 ਸਾਲਾਂ ਬਾਰੇ ਜਾਣ ਸਕੇ ਜਿਨ੍ਹਾਂ ਨੂੰ ਪ੍ਰਭੂ ਜੀ ਤੁਸੀਂ ਦਾਨੀਏਲ ਦੇ ਜ਼ਰੀਏ 70 ਹਫ਼ਤਿਆਂ ਵਿੱਚ ਦਰਸਾਇਆ। ਧੰਨਵਾਦ ਕਰਦੇ ਪਿਤਾ ਪਰਮੇਸ਼ਰ ਕਿ ਤੁਸੀਂ ਸਾਨੂੰ ਇਹਨਾਂ ਗੱਲਾਂ ਦੇ ਦੁਆਰਾ ਆਸ਼ੀਸ਼ ਤੇ ਬਰਕਤ ਦਿੱਤੀ। ਯਿਸੂ ਨਾਸਰੀ ਜੀ ਦੇ ਨਾਮ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ। ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।